डियर स्टूडेंट, लास्ट लैक्चर असी जिहड़ा डिस्कस कर रहे सीगा रीफ्रैक्शन ऑफ लाइट थ्रू अ ग्लास स्लैब। ਉਹਦੇ ਵਿੱਚ ਅਸੀਂ ਜਿਹੜਾ ਡਿਸਕਸ ਕੀਤਾ ਸੀਗਾ ਕਿ ਰਿਫਰੈਕਟਿਵ ਇੰਡੈਕਸ ਆਫ ਗਲਾਸ ਵਿਦ ਰਿਸਪੈਕਟ ਟੂ 에ਅਰ is equal to reciprocal of refractive index of air with respect to glass। ਜੇਕਰ ਸਾਨੂੰ ਇੱਕ ਮੀਡੀਅਮ ਦਾ ਦੂਸਰੇ ਮੀਡੀਅਮ ਦੇ ਅਕੋਰਡਿੰਗ ਰਿਫਰੈਕਟਿਵ ਇੰਡੈਕਸ ਪਤਾ ਹੈ ਤੇ ਜੇ ਅਸੀਂ ਦੂਸਰੇ ਦਾ ਪਹਿਲੇ ਦੇ ਅਕੋਰਡਿੰਗ ਨਿਕਾਲਣਾ ਹੋਏ ਤੇ ਉਹਦਾ ਆਪਾਂ ਜਸਟ ਰੈਸੀਪ੍ਰੋਕਲ ਜਿਹੜਾ ਹੈ ਉਹ ਕਰ ਦਿੰਨੇ ਆ। ਕੱਲ ਵੀ ਮੈਂ ਜਿਹੜਾ ਇਹਨੂੰ ਡਿਸਕਸ ਕੀਤਾ ਸੀ ਅਸੀਂ ਲਾਸਟ ਵਿੱਚ ਕਿ ਜੇਕਰ a mu g ਉਹ 3/2 ਹੈ। a mu g ਦਾ ਮਤਲਬ ਰਿਫਰੈਕਟਿਵ ਇੰਡੈਕਸ ਆਫ ਗਲਾਸ ਵਿਦ ਰਿਸਪੈਕਟ ਟੂ 에ਅਰ ਉਹ 3/2 ਹੈ ਤੇ ਇਸ ਫਾਰਮੂਲੇ ਦੇ ਅਕੋਰਡਿੰਗ ਤੇ ਜੇਕਰ ਅਸੀਂ ਨਿਕਾਲਣਾ ਚਾਹੁੰਦੇ ਆ g mu a, ਜੇ ਅਸੀਂ g mu a ਨਿਕਾਲਣਾ ਹੈ ਇਹਨੂੰ ਇੱਧਰ ਲੈ ਜਾਓ ਇਹਨੂੰ ਨੀਚੇ ਲੈ ਆਓ ਤੇ ਜਸਟ ਇਹਦਾ 1 ਓਵਰ ਮਤਲਬ ਰੈਸੀਪ੍ਰੋਕਲ ਹੋ ਜਾਏਗਾ, ਉਹਦੀ ਵੈਲਿਊ ਆ ਜਾਏਗੀ ਸਾਡੇ ਕੋਲ 2/3। ਗਲਾਸ ਦਾ 에ਅਰ ਦੇ ਅਕੋਰਡਿੰਗ ਸਾਨੂੰ ਪਤਾ ਹੈ ਤੇ ਤੁਸੀਂ ਯਾਦ ਵੀ ਰੱਖਣਾ ਹੈ ਕਿ ਰਿਫਰੈਕਟਿਵ ਇੰਡੈਕਸ ਕਿੰਨਾ ਹੁੰਦਾ ਹੈ 3/2 ਤੇ ਜੇ ਉਲਟ ਪੁੱਛ ਲੇ 에ਅਰ ਦਾ ਗਲਾਸ ਦੇ ਅਕੋਰਡਿੰਗ ਕਿੰਨਾ ਹੈ ਫਿਰ ਤੁਸੀਂ ਉਹਨੂੰ ਕੀ ਕਰਨਾ ਹੈ ਉਹਦਾ ਰੈਸੀਪ੍ਰੋਕਲ ਕਰ ਦੇਣਾ ਹੈ। ਇਹ ਮਤਲਬ ਹੈ ਇਸ ਰਿਜ਼ਲਟ ਦਾ। ਇਹ ਅਸੀਂ ਕੱਲ ਇੱਥੋਂ ਤੱਕ ਹੀ ਜਿਹੜਾ ਆਪਾਂ ਡਿਸਕਸ ਕਰ ਪਾਏ ਸੀਗੇ। ਨਾਓ ਇੱਕ ਰਿਜ਼ਲਟ ਸਾਡਾ ਹੋਰ ਹੈ ਉਹ ਅਸੀਂ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਨ ਲੱਗੇ ਹਾਂ। ਨਾਓ ਇਹ ਸੀਗੀਆਂ ਸਾਡੀਆਂ ਚਾਰ ਇਕੁਏਸ਼ਨਸ ਰੀਫਰੈਕਸ਼ਨ ਵਾਲੀਆਂ। ਇਹ ਦੋ ਸੀਗੀਆਂ ਫਰੋਮ ਸਾਡਾ AB ਫੇਸ ਤੇ DC ਜਦੋਂ ਉੱਪਰੋਂ ਥੱਲੇ ਆਏ ਤੇ ਇਹ ਜਿਹੜੀਆਂ 3 ਨੰਬਰ ਤੇ 4 ਨੰਬਰ ਸੀ ਜਦੋਂ ਪਾਥ ਅਸੀਂ ਵਿਦ ਦਾ ਹੈਲਪ ਆਫ ਮਿਰਰ ਅਸੀਂ ਰਿਵਰਸ ਕੀਤਾ ਸੀਗਾ। ਦੋ ਇਕੁਏਸ਼ਨਾਂ ਪਹਿਲਾਂ ਉੱਪਰੋਂ ਥੱਲੇ ਬਾਅਦ ਚ ਰਿਵਰਸਿਬਿਲਟੀ ਤੋਂ ਬਾਅਦ ਸਾਡੇ ਕੋਲ ਦੋ ਇਕੁਏਸ਼ਨਾਂ ਸਾਡੇ ਕੋਲ ਆ ਬਣੀਆਂ ਸੀਗੀਆਂ। ਹਾਂਜੀ, ਇਕੁਏਸ਼ਨ ਨੰਬਰ 1 ਤੇ 3 ਨੂੰ ਜਿਹੜਾ ਧਿਆਨ ਨਾਲ ਦੇਖੋ। ਇਕੁਏਸ਼ਨ ਨੰਬਰ 1 ਤੇ 3 ਵਿੱਚ ਲੈਫਟ ਸਾਈਡ a mu g ਤੇ ਇੱਧਰ ਵੀ ਸਾਡੇ ਕੋਲ ਕਿੰਨੀ ਹੈ a mu g। ਇਹਦਾ ਮਤਲਬ ਲੈਫਟ ਸਾਈਡ ਜੇ ਇਕੁਅਲ ਹੈ ਤੇ ਇਹਨਾਂ ਦੀ ਇਹਦਾ ਮਤਲਬ ਰਾਈਟ ਸਾਈਡ ਵੀ ਜਿਹੜੀ ਹੈ ਉਹ ਇਕੁਅਲ ਹੋਏਗੀ। ਅਸੀਂ ਲਿਖਾਂਗੇ ਫਰੋਮ ਇਕੁਏਸ਼ਨ 1 ਐਂਡ 3। 1 ਤੇ 3 ਨੂੰ ਬੜੇ ਧਿਆਨ ਨਾਲ ਦੇਖਣਾ ਹੈ। ਸਾਡੇ ਕੋਲ ਕੀ ਆਏਗਾ ਜੇ ਲੈਫਟ ਸਾਈਡ ਇਕੁਅਲ ਹੈ ਤੇ ਇਹਦਾ ਮਤਲਬ ਇਹ ਸਾਡੀਆਂ ਜਿਹੜੀਆਂ ਨੇ ਰਾਈਟ ਸਾਈਡ ਵੀ ਜਿਹੜੀਆਂ ਨੇ ਉਹ ਵੀ ਇਕੁਅਲ ਹੋਣਗੀਆਂ ਤੇ ਅਸੀਂ ਕੀ ਲਿਖਾਂਗੇ this is equal to this। ਅਸੀਂ ਇੱਥੇ ਮੈਂ ਰੱਬ ਕਰਨ ਲੱਗਾ ਆ ਇਕੁਏਸ਼ਨ ਜਿਹੜੀ ਹੈ ਸਾਡੇ ਕੋਲ sin i1 over sin r1 ਕਿਹਦੇ ਇਕੁਅਲ ਆ ਜਾਏਗੀ ਸਾਡੇ ਕੋਲ sin r2 divided by ਸਾਡੇ ਕੋਲ ਆ ਜਾਏਗਾ sin i2। sin r2 divided by ਸਾਡੇ ਕੋਲ ਆ ਜਾਏਗਾ sin r2। now ਹੁਣ R1 ਤੇ I2 ਨੂੰ ਅਸੀਂ ਜਰਾ ਚੈੱਕ ਕਰਦੇ ਹਾਂ। ਦੇਖੋ ਇਹ R1 ਹੈ ਤੇ ਇਹ ਸਾਡੇ ਕੋਲ ਹੈਗਾ I2। ਧਿਆਨ ਨਾਲ ਦੇਖੋ, ਇੱਕ ਆ ਨਾਰਮਲ ਤੇ ਇੱਕ ਆ ਨਾਰਮਲ ਤੇ ਆ ਵਿੱਚ ਲਾਈਨ ਹੈ ਦੇਖੋ ਆ ਵਾਲੀ। ਇਧਰੋਂ ਐਂਗਲ ਹੈਗਾ R1, ਇਧਰ ਵਾਲਾ ਐਂਗਲ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ I2। ਇਹ ਦੋਨੋਂ ਐਂਗਲ ਜਿਹੜੇ ਨੇ R1 ਤੇ I2 they are alternate interior angle। they are alternate interior angle ਤੇ alternate interior angle ਹਮੇਸ਼ਾ equal ਹੁੰਦੇ ਨੇ। but R1 ਕਿਹਦੇ equal ਹੈ I2 ਦੇ। R1 is equal to I2। ਇੱਥੇ ਲਿਖਾਂਗੇ ਅਸੀਂ but R1 equal to I2 ਇਕੁਅਲ ਹੈ। ਦੋਨੋਂ ਪਾਸੇ ਅਸੀਂ ਸਾਈਨ ਲਗਾ ਦਾਂਗੇ। therefore ਜੇ ਐਂਗਲ ਇਕੁਅਲ ਹੈ ਤਾਂ ਮਤਲਬ sin r1 is equal to ਸਾਡੇ ਕੋਲ ਕਿੰਨਾ ਆ ਗਿਆ sin i2। ਜਿੰਨਾ sin r1 ਹੈ ਓਨਾ ਹੀ sin ਸਾਡਾ ਕਿੰਨਾ ਹੈ i2 ਤੇ ਇਹ ਦੋਨੋਂ ਜਿਹੜੇ ਨੇ ਇਥੋਂ ਕੈਨਸਲ ਹੋ ਜਾਣਗੇ। this imply ਆ ਤੇ ਕੈਨਸਲ ਹੋ ਗਏ ਤੇ ਸਾਡੇ ਕੋਲ ਕੀ ਬਚ ਗਿਆ? ਸਾਡੇ ਕੋਲ ਬਚੇਗਾ sin
ਉੱਪਰ ਬਚ ਗਿਆ I1 ਇਕੁਅਲ ਟੂ ਸਾਈਨ ਸਾਡੇ ਕੋਲ ਬਚ ਗਿਆ R2। ਆਈ ਥਿੰਕ ਤੁਹਾਨੂੰ ਕਲੀਅਰ ਹੋ ਗਿਆ। R1 I2 ਇਕੁਅਲ ਹੋਣ ਕਰਕੇ ਇਹਨਾਂ ਦੇ ਸਾਈਨ ਵੀ ਇਕੁਅਲ ਹੈ। ਜੇ ਇਕੁਅਲ ਹੈ ਇਹਨਾਂ ਨੂੰ ਅਸੀਂ ਇੱਥੋਂ ਕੱਟ ਕਰ ਦਿੱਤਾ, ਸਾਡੇ ਕੋਲ ਸਿਰਫ ਕੀ ਬਚ ਗਿਆ ਸਾਈਨ I1 is equal to ਸਾਡੇ ਕੋਲ ਬਚ ਗਿਆ ਸਾਈਨ R2। ਅਸੀਂ ਇਹਨਾਂ ਦੇ ਸਾਈਨ ਛੱਡ ਦਿੰਦੇ ਆ। this imply I1 is equal to R2। ਇਹਦਾ ਮਤਲਬ I1 ਐਂਗਲ ਤੇ R2 ਐਂਗਲ ਵੀ ਆਪਸ ਵਿੱਚ ਇਕੁਅਲ ਹੋਣਗੇ। ਇਹ ਸਾਡਾ I1 ਤੇ ਆ ਨੀਚੇ ਵਾਲਾ ਐਂਗਲ ਜਿਹੜਾ ਹੈ ਸਾਡਾ R2। ਆ ਐਂਗਲ ਆਫ ਇਨਸੀਡੈਂਸ ਤੇ ਕੱਲ ਵੀ ਦੱਸਿਆ ਸੀ ਇਹਨੂੰ ਬੋਲਦੇ ਆ ਐਂਗਲ ਆਫ ਇਮਰਜੈਂਸ। ਇਹ ਦੋਨੋਂ ਐਂਗਲ ਆਪਸ ਵਿੱਚ ਇਕੁਅਲ ਹੁੰਦੇ ਨੇ। ਐਂਗਲ ਆਫ ਇਨਸੀਡੈਂਸ ਤੇ ਐਂਗਲ ਆਫ ਇਮਰਜੈਂਸ they are equal। ਇੱਥੇ ਲਿਖ ਸਕਦੇ ਹੋ therefore for glass slab, ਜਿਹੜੀ ਸਾਡੇ ਕੋਲ ਗਲਾਸ ਸਲੈਬ ਹੈ, ਸਾਡੇ ਕੋਲ ਇਹਦੇ ਵਾਸਤੇ ਕੀ ਹੋਏਗਾ ਐਂਗਲ, ਕਿਹੜਾ ਐਂਗਲ, ਐਂਗਲ ਆਫ ਇਨਸੀਡੈਂਸ is equal to ਸਾਡੇ ਕੋਲ ਆਏਗਾ ਐਂਗਲ ਆਫ ਇਮਰਜੈਂਸ। ਇਹ ਦੋਨੋਂ ਐਂਗਲ ਜਿਹੜੇ ਨੇ ਆਪਸ ਵਿੱਚ ਇਕੁਅਲ ਨੇ। ਐਂਗਲ ਆਫ ਇਨਸੀਡੈਂਸ is equal to ਐਂਗਲ ਆਫ ਇਮਰਜੈਂਸ। ਜੇਕਰ ਕੋਈ ਵੀ ਰੇ 30 ਡਿਗਰੀ ਤੇ ਸਟ੍ਰਾਈਕ ਕਰਦੀ ਹੈ, ਮੰਨ ਲਓ ਇਹ 30 ਡਿਗਰੀ ਹੈ, ਤੇ ਜਦੋਂ ਗਲਾਸ ਸਲੈਬ ਤੇ ਥੱਲੋਂ ਵਾਪਸ ਬਾਹਰ ਨਿਕਲੇਗੀ ਤੇ ਉਹ ਵੀ ਐਂਗਲ ਸਾਡਾ ਜਿਹੜਾ ਹੈ 30 ਡਿਗਰੀ ਹੀ ਹੋਏਗਾ। ਇਹ ਦੋਨੋਂ ਐਂਗਲ ਇਕੁਅਲ ਨੇ। ਇਹਦਾ ਮਤਲਬ ਇਨਸੀਡੈਂਟ ਰੇ ਤੇ ਇਮਰਜੈਂਟ ਰੇ ਇਹ ਆਪਸ ਵਿੱਚ ਪੈਰਲਲ ਹੋਣਗੀਆਂ। ਇਹ ਯਾਦ ਰੱਖਣਾ ਹੈ। ਜੇ ਐਂਗਲ ਇਕੁਅਲ ਨੇ ਇਹਦਾ ਮਤਲਬ ਇਹ ਦੋਨੋਂ ਰੇ ਇਨਸੀਡੈਂਟ ਤੇ ਇਮਰਜੈਂਸ ਰੇ ਦੇ ਆਰ ਪੈਰਲਲ ਟੂ ਈਚ ਅਦਰ। ਇਹ ਦੋਨੋਂ ਜਿਹੜੀਆਂ ਨੇ ਇੱਕ ਦੂਸਰੇ ਦੇ ਇਹ ਪੈਰਲਲ ਹੋਣਗੀਆਂ। ਇਹ ਸਾਡੇ ਬੇਟਾ ਦੋ ਰਿਜ਼ਲਟ ਨੇ। ਇੱਕ ਕਿਹੜਾ ਰਿਜ਼ਲਟ ਹੈ, ਗਲਾਸ ਦਾ ਰਿਫਰੈਕਟਿਵ ਇੰਡੈਕਸ 에ਅਰ ਦੇ ਅਕੋਰਡਿੰਗ ਪਤਾ ਹੈ, ਤੇ ਜੇ ਅਸੀਂ 에ਅਰ ਦਾ ਨਿਕਾਲਣਾ ਹੈ ਗਲਾਸ ਦੇ ਅਕੋਰਡਿੰਗ ਉਲਟ ਨਿਕਾਲਣਾ ਹੈ, ਅਸੀਂ ਉਹਦਾ ਰੈਸੀਪ੍ਰੋਕਲ ਕਰ ਲਾਂਗੇ। ਕਲੀਅਰ। ਦੂਸਰਾ, ਗਲਾਸ ਸਲੈਬ ਵਾਸਤੇ ਇਨਸੀਡੈਂਟ ਐਂਗਲ ਤੇ ਇਮਰਜੈਂਟ ਐਂਗਲ ਦੀ ਵੈਲਿਊ ਸੇਮ ਹੁੰਦੀ ਹੈ। ਇਨਸੀਡੈਂਟ ਰੇ ਤੇ ਇਮਰਜੈਂਟ ਰੇ ਦੇ ਆਰ ਪੈਰਲਲ ਟੂ ਈਚ ਅਦਰ। ਇਹ ਦੋ ਚੀਜ਼ਾਂ ਤੁਸੀਂ ਇਹਨਾਂ ਨੂੰ ਹੁਣ ਯਾਦ ਰੱਖਣੀਆਂ। ਨਾਓ ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਹੈ ਨਵਾਂ ਸਾਡੇ ਕੋਲ ਇੱਕ ਟੌਪਿਕ ਹੈ, ਇਹਦੇ ਵਿੱਚ ਹੀ ਅਸੀਂ ਡਿਸਕਸ ਕਰਨਾ ਹੈ ਵਾਟ ਇਜ਼ ਲੇਟਰਲ ਡਿਸਪਲੇਸਮੈਂਟ। ਹੁਣ ਜਿਹੜਾ ਅਸੀਂ ਟੌਪਿਕ ਡਿਸਕਸ ਕਰ ਰਹੇ ਹਾਂ ਲੇਟਰਲ ਡਿਸਪਲੇਸਮੈਂਟ। ਇਹ ਟੌਪਿਕ ਹੈ ਸਾਡਾ ਲੇਟਰਲ ਡਿਸਪਲੇਸਮੈਂਟ। ਆਓ ਇਸ ਨੂੰ ਅਸੀਂ ਡਿਸਕਸ ਕਰਦੇ ਹਾਂ। ਬੇਟਾ ਆ ਸੀ ਸਾਡੀ ਇਨਸੀਡੈਂਟ ਰੇ KL। ਇਹ ਇਨਸੀਡੈਂਟ ਰੇ ਜਦੋਂ L ਪੁਆਇੰਟ ਤੇ ਸਟ੍ਰਾਈਕ ਕੀਤੀ ਸੀ, ਦੇਖੋ AB ਫੇਸ ਇੱਥੇ ਜਾ ਕੇ ਸਟ੍ਰਾਈਕ ਕੀਤੀ, ਨਾਲ ਹੀ ਇਹਨੇ ਆਪਣਾ ਪਾਥ ਚੇਂਜ ਕਰ ਲਿਆ। ਜਾਣਾ ਇਹਨੇ ਕਿੱਧਰ ਸੀ, ਦੇਖੋ ਇਟ ਸ਼ੁੱਡ ਗੋ ਅਲੋਂਗ ਦਿਸ ਪਾਥ। ਆ ਜਿਹੜੀ ਮੈਂ ਡਾਟਡ ਲਾਈਨ ਸ਼ੋ ਕੀਤੀ ਹੈ, ਜੇ ਆ ਗਲਾਸ ਸਲੈਬ ਨਾ ਹੁੰਦੀ ਬੇਟਾ, ਇੱਥੇ ਮੰਨ ਲਓ ਇਹ ਗਲਾਸ ਸਲੈਬ ਨਾ ਹੁੰਦੀ, then the ray KL will go along this side। ਬਿਲਕੁਲ ਸਿੱਧਾ ਜਾਣਾ ਸੀ, ਉਹਨੇ ਕਿਤੇ ਵੀ ਮੁੜਨਾ ਨਹੀਂ ਸੀ। ਬਟ ਗਲਾਸ ਸਲੈਬ ਨੇ ਕੀ ਕੀਤਾ, ਰੇ ਨੂੰ ਇੱਥੋਂ ਮੋੜਤਾ। ਜਿਹੜੀ ਲਾਈਟ ਹੈ ਇੱਧਰ ਜਾਣ ਦੀ ਬਜਾਏ ਉਹ ਰੇ ਆਫ ਲਾਈਟ ਇੱਧਰ ਨੂੰ ਚਲੀ ਗਈ। ਤੇ ਆਹ ਵਾਲਾ ਜਿਹੜਾ ਐਂਗਲ ਹੈ, ਆ ਧਿਆਨ ਨਾਲ ਦੇਖੋ, ਆ ਜਿਹੜਾ ਐਂਗਲ ਮੈਂ ਬਣਾਇਆ ਵਾਈਟ ਚੌਕ ਦੇ ਨਾਲ, ਆਹ ਵਾਲਾ ਐਂਗਲ ਜਾਣਾ ਰੇ ਨੇ ਇੱਧਰ ਸੀ, ਪਰ ਜਾ ਰੇ ਇੱਧਰ ਰਹੀ ਹੈ। ਇੰਨੇ ਡਿਗਰੀ ਜਿਹੜੀ ਹੈ ਉਹ ਡੈਵੀਏਟ ਹੋ ਗਈ। ਆਹ ਐਂਗਲ ਕੀ ਹੈ, ਜਾਣਾ ਕਿਸੇ ਚੀਜ਼ ਨੇ ਇੱਧਰ ਹੈ, ਉਹ ਇੱਕਦਮ ਇੱਧਰ ਹੋ ਗਈ। ਆਹ ਐਂਗਲ ਜਿਹੜਾ ਆਇਆ ਸਾਡੇ ਕੋਲ ਇਹ ਡੈਵੀਏਟ ਹੋ ਗਈ। ਦਿਸ ਇਜ਼ ਕਾਲਡ ਐਂਗਲ ਆਫ ਡੈਵੀਏਸ਼ਨ। ਇਹਨੂੰ ਅਸੀਂ ਡੈਲਟਾ ਨਾਲ ਡਿਨੋਟ ਕਰਦੇ ਹਾਂ। ਬੇਟਾ ਇੰਜ ਲਿਖਣਾ ਡੈਲਟਾ ਲਾਈਕ ਦਿਸ। 8 ਜਿਹੜਾ ਹੁੰਦਾ ਨਾ, 8 ਬਣਾਏ ਦੇ ਆ,
ਉਹਦਾ ਅੱਧਾ ਕਰ ਦੋ। ਦਿਸ ਇਜ਼ ਐਂਗਲ ਆਫ ਡੈਵੀਏਸ਼ਨ। ਆ ਜੇ ਐਂਗਲ ਸਾਡਾ ਡੈਵੀਏਸ਼ਨ ਦਾ। ਹਾਂਜੀ ਬੇਟਾ ਕਲੀਅਰ। ਇਹਦਾ ਮਤਲਬ ਗਲਾਸ ਸਲੈਬ ਨੇ ਜਿਹੜੀ KL ਰੇ ਜਿਹੜੀ ਸਿੱਧੀ ਜਾਣੀ ਸੀ ਉਹਨੇ ਗਲਾਸ ਸਲੈਬ ਨੇ ਉਹਨੂੰ ਇਸ ਰਸਤੇ 'ਚ ਭੇਜਤਾ ਤੇ ਇੰਨਾ ਜਿਹੜਾ ਹੈ ਉਹ ਰੇ ਆਪਣੇ ਪਾਥ ਤੋਂ ਡੈਵੀਏਟ ਹੋ ਗਈ ਤੇ ਆਹ ਵਾਲਾ ਜਿਹੜਾ ਐਂਗਲ ਹੈ ਇਟ ਇਜ਼ ਕਾਲਡ ਐਂਗਲ ਆਫ ਡੈਵੀਏਸ਼ਨ। ਹੇਅਰ ਅਸੀਂ ਕੀ ਲਿਖਾਂਗੇ? डेल्टा इज कॉल्ड, ਇਹਨੂੰ ਅਸੀਂ ਬੋਲਾਂਗੇ ਐਂਗਲ ਆਫ ਡੈਵੀਏਸ਼ਨ। ਬੇਟਾ ਡੈਵੀਏਸ਼ਨ ਦਾ ਜਿਹੜਾ ਮਤਲਬ ਹੈ ਕਿ ਆਪਣੇ ਪਾਥ ਤੋਂ ਝੁਕ ਜਾਣਾ, ਜਿੱਧਰ ਉਹਨੇ ਜਾਣਾ ਸੀ ਉਹਦਾ ਰਸਤਾ ਜਿਹੜਾ ਹੈ ਉਹ ਨੀਚੇ ਨੂੰ ਹੋ ਗਿਆ। ਦਿਸ ਇਜ਼ ਕਾਲਡ ਐਂਗਲ ਆਫ ਡੈਵੀਏਸ਼ਨ। ਹਾਂਜੀ ਬੇਟਾ ਕਲੀਅਰ। ਇੱਕ ਅਸੀਂ ਆ ਪਰਪੈਂਡੀਕੂਲਰ ਡਰਾ ਕੀਤਾ ਐਮ ਐਨ ਡੈਸ਼। एम एन डैश की चीज है? व्हाट इज एम एन डैश? आ रे जानी इधर सी गई इधर, असी इथों जाके जो लास्ट पॉइंट है इथों एक परपेंडिकुलर ड्रॉ किया एम एन डैश। इट इज कॉल्ड लेटरल डिस्प्लेसमेंट। इनू असी बोलते हैं लेटरल डिस्प्लेसमेंट। ਇਹ ਉਹਦੇ ਵਿੱਚ ਡਿਸਪਲੇਸਮੈਂਟ ਹੋਈ, ਜਾਣਾ ਇੱਧਰ ਸੀ ਇੱਧਰ ਚਲੀ ਗਈ। ਆ ਪਰਪੈਂਡੀਕੂਲਰ ਡਰਾ ਕਰਕੇ ਉਹਦੇ ਪਾਥ ਵਿੱਚ ਕਿੰਨੀ ਜਿਹੜੀ ਹੈ ਡਿਸਪਲੇਸਮੈਂਟ ਹੋਈ ਅਸੀਂ ਉਹ ਫਾਈਂਡ ਕੀਤੀ ਹੈ ਐਮ ਐਨ ਡੈਸ਼। ਦਿਸ ਐਮ ਐਨ ਡੈਸ਼ ਇਜ਼ ਕਾਲਡ ਲੇਟਰਲ ਡਿਸਪਲੇਸਮੈਂਟ। ਆਓ ਹੁਣ ਇਸੇ ਨੂੰ ਹੀ ਅਸੀਂ ਜਿਹੜਾ ਹੈ ਫਾਈਂਡ ਆਊਟ ਕਰਨਾ ਹੈ। ਨਾਓ ਇਨ ਰਾਈਟ ਐਂਗਲ ਟ੍ਰਾਇੰਗਲ ਐਲ ਐਮ ਐਨ ਡੈਸ਼, ध्यान ना देखो, इन राइट एंगल्ड ट्राइएंगल केड़ी है? एल, एक एन डैश, एक साडे कोल हैगा एम। एल एन डैश एम। हाँ जी, ਇਹਦੇ ਚ ਮੈਨੂੰ ਦੱਸੋ ਪਹਿਲਾਂ ਅਸੀਂ ਕਿਹੜਾ ਐਂਗਲ ਲੈਣਾ ਹੈ? ਡੈਲਟਾ। ਇਸ ਰਾਈਟ ਐਂਗਲ ਟ੍ਰਾਇੰਗਲ ਵਿੱਚੋਂ ਐਂਗਲ ਕਿਹੜਾ? ਡੈਲਟਾ। ਆ ਐਂਗਲ ਸਾਡੇ ਕੋਲ 90 ਕਿਉਂਕਿ ਪਰਪੈਂਡੀਕੂਲਰ ਹੈ। ਆ ਸਾਡਾ ਬੇਸ ਹੋ ਗਿਆ, ਆ ਬੇਸ। दिस इज परपेंडिकुलर एंड दिस इज हाइपोटेन्यूज। इथों असी जड़ा है आपां वैल्यू जड़ी आपां निकालन लगे हां। कादी वैल्यू निकालांगे? असी साइन दी वैल्यू निकालन लगे हां। नाउ साइन डेल्टा इक्वल टू, साइन दा फार्मूला परपेंडिकुलर ऊपर परपेंडिकुलर थले हाइपोटेन्यूज। नाउ परपेंडिकुलर केड़ा है? नाउ दिस इज द परपेंडिकुलर। परपेंडिकुलर आ गया एम एन डैश डिवाइडेड बाय हाइपोटेन्यूज केड़ा हो गया? एल एम। नीचे आ गया साडे कोल एल एम। क्लियर बेटा? विचों एम एन डैश आ चीज असी निकालनी है। एम एन डैश एल एम नु ऊपर लै गए। दिस इंप्लाई साडे कोल जेड़ा है एम एन डैश दी वैल्यू कितनी आ जाएगी? एल एम ऊपर चला गया, नाल आ गया साडे कोल साइन ऑफ डेल्टा। ए साडे कोल जेड़ा है एंगल आ गया साइन डेल्टा। ਇਹਨੂੰ ਅਸੀਂ ਇਹਦੇ ਨਾਲ ਲੈ ਕੇ m n ਡੈਸ਼ ਦੀ ਵੈਲਿਊ ਆ ਗਈ। ਹਾਂਜੀ ਬੇਟਾ ਕਲੀਅਰ। ਜਿੰਨੀ ਦੇਰ ਤੱਕ l m ਨਹੀਂ ਨਿਕਲਦਾ ਓਨੀ ਦੇਰ ਤੱਕ ਸਾਡੀ ਜਿਹੜੀ ਹੈ m n ਡੈਸ਼ ਦੀ ਵੈਲਿਊ ਜਿਹੜੀ ਹੈ ਉਹ ਨਹੀਂ ਨਿਕਲ ਸਕਦੀ। ਆਓ ਹੁਣ ਅਸੀਂ ਪਹਿਲਾਂ l m ਨੂੰ ਨਿਕਾਲਦੇ ਹਾਂ। ਨਾਓ ਹਾਊ ਟੂ ਫਾਈਂਡ l m। l m ਕਿਸ ਤਰ੍ਹਾਂ ਨਿਕਾਲਣਾ ਹੈ? ਅਸੀਂ ਕੀ ਕਰਦੇ ਹਾਂ, ਇਥੋਂ ਇੱਕ ਪਰਪੈਂਡੀਕੂਲਰ ਡਰਾ ਕਰਦਾ ਬੇਟਾ, ਇਹਦਾ ਨਾਮ ਰੱਖਤਾ एल एल डैश। एक इथों पूरा परपेंडिकुलर ड्रॉ कर दिता एल एल डैश। ते ए राइट एंगल ट्रायंगल देखो केड़ी? एल एल डैश एम। इन राइट एंगल ट्रायंगल एल एल डैश एम। एल एल डैश एम दे अंदर ध्यान नाल देखो, ਇਹਦੇ ਵਿੱਚ ਅਸੀਂ ਕਿਹੜੀ ਚੀਜ਼ ਫਾइंड ਕਰਨੀ ਹੈ? एल एम। ਅਸੀਂ फाइंड करना है एल एम एंड दिस इज द हाइपोटेन्यूज। एल एम ਅਸੀਂ फाइंड करना है। ਅਸੀਂ ਨਿਕਾਲਦੇ ਹਾਂ cos r1। ਇਹ ਸਾਡੇ ਕੋਲ ਐਂਗਲ ਵਿੱਚ ਕਿਹੜਾ ਆ ਰਿਹਾ? ਇਸ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਐਂਗਲ ਕਿਹੜਾ ਆ ਰਿਹਾ? r1। ਅਸੀਂ ਨਿਕਾਲਣ ਲੱਗੇ ਹਾਂ cos r1। cos ਦਾ ਫਾਰਮੂਲਾ ਕੀ ਹੁੰਦਾ ਬੇਟਾ? ਬੇਸ ਓਵਰ ਹਾਈਪੋਟੇन्यूज। ਤੇ ਬੇਸ ਕਿਹੜਾ? ਆ ਪਰਪੈਂਡੀਕੂਲਰ ਬੇਸ ਹੋ ਗਿਆ एल एल डैश
ਤੇ ਹਾਈਪੋਟਨਿਊਸ ਕਿਹੜਾ ਹੋ ਗਿਆ LM, ਹਾਈਪੋਟਨਿਊਸ ਸਾਡਾ LM ਤੇ ਬੇਸ ਸਾਡਾ ਕਿਹੜਾ ਹੋ ਗਿਆ LL ਡੈਸ਼, ਕਿਉਂਕਿ ਐਂਗਲ ਤੇ ਨਾਲ ਜਿਹੜਾ ਐਂਗਲ ਦੇਖੋ ਬੇਸ ਹੋ ਗਿਆ। ਕਲੀਅਰ। ਨਾਓ ਇਹਦੇ ਵਿੱਚੋਂ ਅਸੀਂ LM ਦੀ ਵੈਲਿਊ ਨਿਕਾਲਣੀ, LM ਉੱਪਰ ਲੈ ਗਏ, LM ਦੀ ਵੈਲਿਊ ਕਿੰਨੀ ਆ ਗਈ LL ਡੈਸ਼ ਓਵਰ cos R1, ਇਹਨੂੰ ਉੱਪਰ ਲੈ ਗਏ, cos R1 ਨੂੰ ਉਹਦੇ ਅਸੀਂ ਨੀਚੇ ਸ਼ਿਫਟ ਕਰਤਾ, ਕ੍ਰਾਸ ਮਲਟੀਪਲਾਈ। ਨਾਓ ਵਾਟ ਇਜ਼ LL ਡੈਸ਼? LL ਡੈਸ਼ ਜਿਹੜੀ ਹੈ ਸਾਡੀ ਥਿਕਨੈਸ ਹੈ, ਜਿਹੜੀ ਗਲਾਸ ਸਲੈਬ ਦੀ ਮੋਟਾਈ, ਗਲਾਸ ਸਲੈਬ ਸਾਡੀ ਕਿੰਨੀ ਮੋਟੀ ਹੈ ਉਹਦੀ ਥਿਕਨੈਸ ਇੱਥੇ ਲਿਖ ਦਿੱਤਾ ਅਸੀਂ T ਡਿਵਾਈਡਡ ਬਾਈ cos R1, LM ਦੀ ਵੈਲਿਊ ਆ ਗਈ T over cos R1 and what is T? Thickness of glass slab. Now we will put this value of LM in this equation and number 1 ਪਾ ਲਓ, ਅਸੀਂ ਲਿਖਾਂਗੇ ਇੱਥੇ ਹੁਣ put the value, ਕਾਦੀ ਵੈਲਿਊ LM in number 1 ਦੇ ਵਿੱਚ ਪੁੱਟ ਕਰ ਦੋ। this imply ਸਾਡੇ ਕੋਲ M and dash ਕਿੰਨਾ ਆਏਗਾ? M and dash ਕੀ ਚੀਜ਼ ਹੈ? lateral displacement, ਜਿਹੜੀ ਆਪਾਂ find out ਕਰ ਰਹੇ ਹਾਂ। M and dash, what is the value of LM? it is T over cos R1 ਤੇ ਨਾਲ ਕੀ ਹੈਗਾ ਦੇਖੋ ਸਾਡੇ ਕੋਲ ਆ ਗਿਆ ਡੈਲਟਾ T sin delta over cos R1. This is the final expression for lateral displacement. Lateral displacement is equal to T. T means thickness. नाल आ गया sin delta over cos R1. Now delta is equal to, हाँ जी बेटा डेल्टा किਵੇਂ फाइंड करना है? आ देखो एक आ एंगल, ए पूरा एंगल, आ पूरा एंगल, ए वर्टिकल ऑपोजिट एंगल है बेटा, दे आर वर्टिकली ऑपोजिट ते वर्टिकल ऑपोजिट एंगल भी इक्वल होंगे आ। इधरों की है साडे कोल हैगा I1 किदे इक्वल? ਇਹਦੇ ਵਿੱਚ ਦੋ एंगल ने, एक डेल्टा ते एक R1, ਇਹਦਾ ਮਤਲਬ डेल्टा प्लस R1, I1 is equal to this angle, ਇਹ ਕਿੰਨਾ ਹੈ डेल्टा प्लस R1, ਇਹਦਾ ਮਤਲਬ डेल्टा प्लस R1 ਕਿਹਦੇ ਇਕੁਅਲ I1 ਤੇ ਇਹਦੇ ਵਿੱਚੋਂ ਅਸੀਂ डेल्टा ਦੀ ਵੈਲਿਊ ਨਿਕਾਲੀ, R1 ਇਧਰ ਲੈ ਆਏ, I1 ਤੇ ਮਾਈਨਸ ਕਿੰਨਾ ਆ ਜਾਏਗਾ ਸਾਡੇ ਕੋਲ R1 ਵਿੱਚੋਂ ਮਾਈਨਸ ਹੋ ਗਿਆ, डेल्टा ਦੀ ਵੈਲਿਊ ਆ ਗਈ I1 minus R1। नाउ डेल्टा इज इक्वल टू I1 माइनस R1, इथे पुट कर दांगे वैल्यू, देयरफॉर साडे कोल आ गया M एंड डैश इज इक्वल टू T, नाल आ गया साइन I1 माइनस R1 डिवाइडेड बाय साडे कोल आ गया cos R1। दिस इज द फॉर्मूला फॉर lateral displacement. This is the formula for lateral displacement. Lateral displacement किदे डायरेक्टली है? थिकनेस दे। जिन्नी ग्लास स्लैब दी थिकनेस ज्यादा होएगी ओनी साडी आ वाली जड़ी lateral displacement है ओदी वैल्यू ज्यादा आएगी। दूसरा, lateral displacement एंगल ऑफ इंसीडेंस दे भी डिपेंड करती, बिल्कुल डायरेक्टली जिन्ना एंगल ऑफ इंसीडेंस ज्यादा होएगा ओनी साडी जड़ी है लेटरल डिस्प्लेसमेंट दी वैल्यू भी जड़ी है वो ज्यादा आएगी। हाँ जी बेटा क्लियर है। इथों जड़ा है साडे कोल पता लग गया कि लेटरल डिस्प्लेसमेंट थिकनेस ते भी डिपेंड करती है ते लेटरल डिस्प्लेसमेंट जड़ी है वो एंगल ऑफ इंसीडेंस दे उत्ते भी डिपेंड करती है। हाँ जी बेटा क्लियर। एंगल ऑफ इंसीडेंस दे अकॉर्डिंग भी जड़ा है साडी लेटरल डिस्प्लेसमेंट दे ऊपर जड़ा है वो फर्क पैंदा। हाँ जी बेटा यह सीगा साडे कोल टोटल ऑल अबाउट रिफ्रैक्शन ऑफ लाइट थ्रू अ ग्लास स्लैब। दिस इज द पार्ट 2। ਇਹ ਵਾਲਾ ਜਿਹੜਾ ਲੈਕਚਰ ਅੱਜ ਦਾ ਚੰਗੇ ਤਰੀਕੇ ਨਾਲ ਕਲੀਅਰ ਤਾਂ ਹੋਏਗਾ ਜੇਕਰ ਤੁਸੀਂ ਇਹਦਾ ਜਿਹੜਾ ਪਹਿਲਾ ਪਾਰਟ ਹੈ ਜਿਹੜਾ ਮੈਂ ਕੱਲ ਕਰਵਾਇਆ ਸੀ ਉਹਨੂੰ ਧਿਆਨ ਨਾਲ ਦੇਖਣਾ ਹੈ, ਕਿਉਂਕਿ
ਇਹੋ ਸਾਡੇ ਜਿਹੜੇ ਮੇਨ ਟੌਪਿਕ ਸੀਗੇ। ਇਸ ਤੋਂ ਬਾਅਦ ਜਿਹੜਾ ਵੀ ਅਸੀਂ ਲਾਈਟ ਵਿੱਚ ਪੋਰਸ਼ਨ ਪੜਾਂਗੇ ਉਹ ਸਾਰੇ ਦਾ ਸਾਰਾ ਇਹਨਾਂ ਚੀਜ਼ਾਂ ਦੇ ਉੱਪਰ ਹੀ ਡਿਪੈਂਡ ਹੋਏਗਾ। ਸਾਨੂੰ ਇਹ ਚੀਜ਼ਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਨੂੰ ਪੜ੍ਹਦੇ ਕੀ ਆ। ਪਹਿਲੀ ਗੱਲ ਤੇ ਰਿਫਰੈਕਟਿਵ ਇੰਡੈਕਸ, ਲਾਈਟ ਕਿੱਧਰੋਂ ਜਾ ਰਹੀ ਹੈ, 에ਅਰ ਤੋਂ ਗਲਾਸ, ਬੈਂਡ ਕਿਨੇ ਕੀਤਾ, ਗਲਾਸ ਨੇ, ਪੜਨਾ ਕੀ ਹੈ, ਰਿਫਰੈਕਟਿਵ ਇੰਡੈਕਸ ਆਫ ਗਲਾਸ ਵਿਦ ਰਿਸਪੈਕਟ ਟੂ 에ਅਰ। ਇਹਦੇ ਅਕੋਰਡਿੰਗ ਜਿਹੜਾ ਆਪਾਂ ਫਰਦਰ ਡਿਸਕਸ਼ਨ ਜਿਹੜੀ ਹੈ ਕੰਟੀਨਿਊ ਰੱਖਾਂਗੇ। ਥੈਂਕ ਯੂ।